ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਮਲਕੀਤ ਸਿੰਘ ਨਗਰ ਅਤੇ ਪਿੰਡ ਧਰਦਿਓ ਦੇ ਨਗਰ ਵਿੱਚ ਪਿੰਡ ਦੇ ਸੂਝਵਾਨ ਨੌਜਵਾਨਾਂ ਵੱਲੋਂ ਜੋ ਸਾਰੇ ਹੀ ਬੱਚੇ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਭਵਿੱਖ ਦਾ ਪਤਨ ਹੋ ਰਿਹਾ ਅਤੇ ਭਵਿੱਖ ਦੇ ਪਤਨ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਜੀਵਨ ਆ ਸਾਰੇ ਪਾਸਿਓਂ ਗਿਰਾਵਟ ਆ ਰਹੀ ਆ। ਜਿਸ ਤਰ੍ਹਾਂ ਕਿ ਪਰਿਵਾਰਕ ਜ਼ਿੰਮੇਵਾਰੀਆਂ, ਪੜ੍ਹਾਈ ਦੀ ਲੋੜ ਅਤੇ ਉਹਦੇ ਨਾਲ ਨਾਲ ਫਿਊਚਰ ਦੀ ਚਿੰਤਾ ਤੇ ਫਿਊਚਰ ਦੀ ਸਮਝ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਸਿਰਜਿਆ ਜਾਵੇ, ਬਣਾਇਆ ਜਾਵੇ ਕਿ ਉਹ ਵਧੀਆ ਹੋਵੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚਿੰਤਾ ਵਿੱਚ ਰੱਖਦੇ ਹੋਏ ਨੌਜਵਾਨਾਂ ਨੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਬਣਾਉਣ ਵਾਸਤੇ ਉਹਨਾਂ ਦੇ ਜੀਵਨ 'ਤੇ ਝਾਤ ਮਾਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ। ਉਸ ਝਾਤ ਦਾ ਨਾਮ ਆ E5 ਟਾਰਗੇਟ। ਇਹ E5 ਟਾਰਗੇਟ ਜਿਹੜਾ ਵਾ ਇਹ ਇੱਕ ਪਲੇਟਫਾਰਮ ਦੀ ਤਰ੍ਹਾਂ ਕੰਮ ਕਰੇਗਾ। ਇਹਦੇ ਵਿੱਚ ਕਿਸੇ ਵੀ ਵਰਗ ਦਾ, ਕਿਸੇ ਵੀ ਜਾਤੀ ਦਾ, ਕਿਸੇ ਵੀ ਪਿੰਡ ਦਾ ਬੱਚਾ ਪੜ੍ਹਨ ਲਈ ਆ ਸਕਦਾ। ਇਸ ਪ੍ਰੋਗਰਾਮ ਨੂੰ ਇਸ ਕਰਕੇ ਕ੍ਰੀਏਟ ਕੀਤਾ ਗਿਆ ਕਿ ਕੁਝ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਕੁਝ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਲੇਕਿਨ ਸ਼ਾਮਾਂ ਨੂੰ ਜਦੋਂ ਛੁੱਟੀ ਹੁੰਦੀ ਆ ਤੇ ਸਾਰੇ ਬੱਚੇ ਆਪਸ ਵਿੱਚ ਖੇਡਦੇ ਨੇ ਤੇ ਨਾ ਤੇ ਉਹਨਾਂ ਬੱਚਿਆਂ ਦਾ ਕਸੂਰ ਆ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, ਕਿਉਂਕਿ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਤੇ ਜੋ ਮਾਲਕ ਨੇ ਮਾਹੌਲ ਦਿੱਤਾ ਉਸੇ ਮਾਹੌਲ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ। ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਉਹ ਥੋੜ੍ਹੀ ਜਿਹੀ ਵੱਧ ਮਿਹਨਤ ਕਰਦੇ ਆ, ਉਹਨਾਂ ਨੂੰ ਥੋੜ੍ਹਾ ਵਧੀਆ ਤਰੀਕੇ ਨਾਲ ਪੜ੍ਹਾਇਆ ਜਾਂਦਾ, ਲੇਕਿਨ ਜਦੋਂ ਸ਼ਾਮ ਨੂੰ ਇਕੱਠੇ ਹੁੰਦੇ ਆ ਫਿਰ ਆਦਤਾਂ ਇੱਕੋ ਜਿਹੀਆਂ ਹੋ ਜਾਂਦੀਆਂ ਵਾ। ਖੇਡਣ ਵੱਲ ਜ਼ਿਆਦਾ ਧਿਆਨ ਹੁੰਦਾ ਤੇ ਪੜ੍ਹਾਈ ਵੱਲ ਘੱਟ। ਇਸ ਚੀਜ਼ ਨੂੰ ਸਿਸਟਮੈਟਿਕਲੀ ਵਧੀਆ ਬਣਾਉਣ ਵਾਸਤੇ ਅਸੀਂ ਪਿੰਡ ਦੇ ਸਾਰੇ ਹੀ ਬੱਚਿਆਂ ਨੂੰ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ, ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ, ਉਹਨਾਂ ਨੂੰ ਇਕੱਠੇ ਕਰਕੇ ਪੜ੍ਹਾਉਣ ਦਾ, ਖੇਡਣ ਦਾ ਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਦਾ ਜਿਹੜਾ ਵਾ ਉਹ ਇੱਕ ਹੱਲ ਲੱਭਿਆ। E5 ਟਾਰਗੇਟ ਤੋਂ ਭਾਵ ਹੈ E ਤੋਂ ਐਫਰਟ ਜਿਹੜੀ ਕੋਸ਼ਿਸ਼ ਕਰ ਰਹੇ ਹਾਂ, ਸਾਰੀ ਜਦੋਜਹਿਦ ਕਰ ਰਹੇ ਹਾਂ। ਦੂਸਰਾ E ਆ এনवायरमेंट। ਮਾਹੌਲ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਭਾਵੇਂ ਕੋਈ ਵਿਆਹ ਸ਼ਾਦੀ ਆ, ਭਾਵੇਂ ਕੋਈ ਸਮਾਜ ਦਾ ਕੰਮ ਆ, ਭਾਵੇਂ ਕੋਈ ਧਾਰਮਿਕ ਕੰਮ ਆ, ਜਾਂ ਕੋਈ ਵੀ ਆਪਾਂ ਕੰਮ ਕਰਦੇ ਤਾਂ ਉਹਦੇ ਵਾਸਤੇ ਪਹਿਲਾਂ ਮਾਹੌਲ ਤਿਆਰ ਕਰਦੇ ਹਾਂ, ਪ੍ਰਬੰਧ ਕਰਦੇ ਹਾਂ। ਅਤੇ ਜਿਹੜਾ এনवायरमेंट ਆ ਇਹ ਉਹਨਾਂ ਬੱਚਿਆਂ ਨੂੰ ਵਧੀਆ ਬਣਾਉਣ ਵਾਸਤੇ ਕਿੱਦਾਂ ਦਾ ਮਾਹੌਲ ਉਹਨਾਂ ਨੂੰ ਸਕੂਲੇ ਚਾਹੀਦਾ, ਕਿੱਦਾਂ ਦਾ ਮਾਹੌਲ ਪਤੀ ਪਤਨੀ ਵੱਲੋਂ, ਬੱਚਿਆਂ ਵੱਲੋਂ ਜਾਂ ਪਰਿਵਾਰ ਵੱਲੋਂ ਬੱਚਿਆਂ ਨੂੰ ਚਾਹੀਦਾ, ਕਿੱਦਾਂ ਦਾ ਮਾਹੌਲ ਜਿਹੜਾ ਸਮਾਜ ਦੇ ਵਿੱਚ ਸਾਨੂੰ ਜਿਹੜਾ ਆਪਣੇ ਬੱਚਿਆਂ ਨੂੰ ਦੇਣਾ ਵਾ, ਇਹਦੀ ਕ੍ਰੀਏਸ਼ਨ ਜਿਹੜੀ ਆ ਇਸ ਚੀਜ਼ ਨੂੰ ਤਰਤੀਬਵਾਰ ਕੀਤਾ ਜਾਏਗਾ। ਤੀਸਰਾ ਕੰਮ ਜਿਹੜਾ ਵਾ ਉਹ ਮੇਨ ਆ ਬੈਕਬੋਨ, ਰੀੜ੍ਹ ਦੀ ਹੱਡੀ, ਜਿਹਨੂੰ ਐਜੂਕੇਸ਼ਨ ਦਾ ਨਾਮ ਦਿੱਤਾ ਗਿਆ, ਪੜ੍ਹਾਈ, ਜਿਹਦੇ ਬੇਸ ਨੂੰ ਵਧੀਆ ਬਣਾਉਣ ਵਾਸਤੇ ਉੱਪਰਲੇ 2 ਤੇ ਥੱਲੜੇ 2 ਜਿਹੜੇ ਪ੍ਰੋਗਰਾਮ ਬਣਾਏ ਗਏ ਆ। ਉੱਪਰਲੇ 2 ਪ੍ਰੋਗਰਾਮ ਆਪਾਂ ਪਹਿਲਾਂ ਕਰ ਦਿੱਤੇ। ਐਫਰਟ ਜਿਹੜੀ ਸਾਰੇ ਪਿੰਡ ਨੇ ਮਿਲ ਕੇ ਇਹ ਕੋਸ਼ਿਸ਼ ਕਰਨੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਬਣਾਈਏ। ਦੂਜੇ ਨੰਬਰ 'ਤੇ এনवायरमेंट ਜਿਹੜਾ ਮਾਹੌਲ ਆ ਉਹ ਬਹੁਤ ਜ਼ਰੂਰੀ ਹੁੰਦਾ। ਤੀਸਰੇ ਨੰਬਰ 'ਤੇ ਐਜੂਕੇਸ਼ਨ, ਅਤੇ ਐਜੂਕੇਸ਼ਨ ਦੀ ਹਾਲਤ ਆਪਾਂ ਵੇਖ ਹੀ ਰਹੇ ਹਾਂ, ਭਾਵੇਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਅਤੇ ਭਾਵੇਂ ਸਰਕਾਰੀ ਸਕੂਲਾਂ ਦੇ, ਬਹੁਤ ਜ਼ਿਆਦਾ ਧੱਕਾ ਲੱਗ ਰਿਹਾ। ਬੱਚੀਆਂ ਖੈਰ ਕਾਫੀ ਮਿਹਨਤੀ ਹੁੰਦੀਆਂ, ਲੇਕਿਨ ਉਹਨਾਂ ਨੂੰ ਵੀ ਵਧੀਆ ਮਾਹੌਲ ਦੇਵਾਂਗੇ, ਉਹਨਾਂ ਵਾਸਤੇ ਵੀ ਬਹੁਤ ਸਾਰੇ ਆਪਸ਼ਨ ਲੈ ਕੇ ਆਉਣੇ ਆ। ਜਿਹੜੇ ਬੱਚੇ ਆ ਉਹ ਗਲਤ ਰਸਤਿਆਂ 'ਤੇ ਪੈ ਰਹੇ ਆ, ਮਾਂ-ਬਾਪ ਤੋਂ ਆਕੀ ਹੋ ਰਹੇ ਆ, ਧਰਮ ਤੋਂ ਦੂਰ ਹੋ ਰਹੇ ਆ, ਉਹਦੇ ਨਾਲ ਨਾਲ ਜਿਹੜਾ ਵਾ ਉਹਨਾਂ ਕੋਲੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਛੁੱਟਦੀਆਂ ਜਾ ਰਹੀਆਂ। ਇਸ ਤੋਂ ਬਾਅਦ 'ਚ ਜਿਹੜਾ ਸਾਡਾ ਚੌਥਾ ਪੁਆਇੰਟ ਆ, ਕਿਉਂਕਿ ਜਿਹੜਾ ਪੜ੍ਹਾਈ ਦਾ ਵਾ ਇਹਨੂੰ ਤਾਂ ਮਤਲਬ ਸੰਖੇਪ ਵਿੱਚ ਦੱਸਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਬਹੁਤ ਸਾਰਾ ਪ੍ਰੋਗਰਾਮ ਅਸੀਂ ਮਿਥਿਆ ਹੋਇਆ। ਜਿਹੜਾ ਚੌਥਾ ਵਾ ਉਹ ਹੈਗਾ ਵਾ ਐਂਟਰਟੇਨਮੈਂਟ, ਕਿਉਂਕਿ ਸਕੂਲੇ ਵੀ ਪੜ੍ਹਨਾ, ਘਰ ਆ ਕੇ ਵੀ ਪੜ੍ਹਨਾ ਅਤੇ ਬੱਚਿਆਂ ਨੇ ਦਿਮਾਗੀ ਤੌਰ 'ਤੇ ਥੱਕ ਜਾਣਾ। ਉਸ ਥਕਾਵਟ ਨੂੰ ਦੂਰ ਕਰਨ ਵਾਸਤੇ ਅਸੀਂ ਕੁਝ ਇੱਦਾਂ ਦੇ ਪ੍ਰਬੰਧ ਕਰਨੇ ਆ, ਜਿਸ ਤਰ੍ਹਾਂ ਫੇਸਬੁੱਕ, ਸੋਸ਼ਲ ਮੀਡੀਆ ਦੇ ਵਿੱਚ ਜਾਂ ਟਵਿੱਟਰ ਦੇ ਵਿੱਚ ਬੱਚੇ ਜਾਂ ਗੇਮਾਂ ਦੇ ਵਿੱਚ ਪਏ ਆ, ਉਹਦੇ ਨਾਲ ਆਪਣੀ ਲਾਈਫ ਵੀ ਖਰਾਬ ਕਰ ਰਹੇ ਆ ਅਤੇ
ਟਾਰਗੇਟ ਤੋਂ ਵੀ ਜਿਹੜਾ ਉਹਨਾਂ ਦਾ ਮਿਸ਼ਨ ਆ, ਜਿਹੜੀ ਲਾਈਫ ਨੂੰ ਸੈੱਟ ਕਰਨ ਵਾਸਤੇ ਜੋ ਉਹਨਾਂ ਨੂੰ ਸਿਸਟਮ ਚਾਹੀਦਾ, ਉਹ ਤੋਂ ਵੀ ਦੂਰ ਹੋ ਰਹੇ ਆ। ਇਸ ਚੀਜ਼ ਨੂੰ ਵਧੀਆ ਬਣਾਉਣ ਵਾਸਤੇ ਅਸੀਂ ਐਂਟਰਟੇਨਮੈਂਟ ਦੇ ਵਿੱਚ ਛੋਟੀਆਂ ਛੋਟੀਆਂ ਖੇਡਾਂ, ਚਿੜੀ ਛਿੱਕਾ, ਵਾਲੀਬਾਲ, ਉਸ ਤੋਂ ਬਾਅਦ 'ਚ ਰੇਸ, ਰੈਸਲਿੰਗ, ਦੂਜਾ ਤੀਜਾ ਛੋਟੇ ਮੋਟੇ ਜਿਹੜੇ ਆ ਉਹ ਹੌਲੀ ਹੌਲੀ ਤਰੀਕੇ ਦੇ ਨਾਲ ਜਿਹੜਾ ਵਾ ਤਰਤੀਬਵਾਰ ਬੱਚਿਆਂ ਨੂੰ ਐਂਟਰਟੇਨਮੈਂਟ ਵਾਸਤੇ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾਊਗਾ। ਜਿਸ ਤਰ੍ਹਾਂ ਕਿ ਛੋਟੀਆਂ ਛੋਟੀਆਂ ਗੇਮਾਂ ਇਸੇ ਤਰ੍ਹਾਂ ਦੀਆਂ ਹੌਲੀ ਹੌਲੀ ਕੋਚਾਂ ਰਾਹੀਂ ਹੀ ਤਰਤੀਬ ਕਰਾਂਗੇ। ਉਹਦੇ ਨਾਲ ਨਾਲ ਮਿਊਜ਼ਿਕ, ਗੱਤਕਾ ਅਤੇ ਉਸ ਦੇ ਨਾਲ ਨਾਲ ਸੰਥਿਆ, ਜਿੱਦਾਂ ਦੇ ਬੱਚੇ ਹੋਣਗੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਜਿਹੜਾ ਵਾ ਐਂਟਰਟੇਨਮੈਂਟ ਦਿੱਤਾ ਜਾਊਗਾ, ਤਾਂ ਕਿ ਉਹ ਥੱਕਣ ਨਾ ਦਿਮਾਗੀ ਤੌਰ 'ਤੇ। ਮਿਊਜ਼ਿਕ ਵੀ ਦਿਮਾਗ ਨੂੰ ਰੈਸਟ ਦਿੰਦਾ ਵਾ, ਜਾਂ ਕੋਈ ਜੇ ਕਲਾਕਾਰੀ ਕਰ ਸਕਦਾ ਉਹਨਾਂ ਨੂੰ ਉਸੇ ਤਰੀਕੇ ਨਾਲ ਮੋਡੀਫਾਈ ਕੀਤਾ ਜਾਏਗਾ ਅਤੇ ਸਪੋਰਟ ਕੀਤੀ ਜਾਏਗੀ, ਚੈੱਕ ਲਾਇਆ ਜਾਏਗਾ ਨਾਲ ਉਹਨਾਂ ਨੂੰ। ਸਾਰੇ ਪਿੰਡ ਦੇ ਨੌਜਵਾਨ, ਕਿਉਂਕਿ ਜਿਹੜੇ ਨੌਜਵਾਨ ਆ ਉਹ ਉਮਰ 'ਚੋਂ ਵੀ ਲੰਘ ਚੁੱਕੇ ਕਿ ਪੜ੍ਹਾਈ ਦੇ ਵਿੱਚ ਸਾਡੇ ਕੋਲੋਂ ਕੀ ਗਲਤੀਆਂ ਹੋਈਆਂ, ਅਤੇ ਜਿਹੜੇ ਅੱਗੇ ਫਿਊਚਰ ਦਾ ਵੀ ਉਹਨਾਂ ਨੂੰ ਚਿੰਤਾ ਵਾ। ਇਹ ਕਰਕੇ ਜਿਹੜੇ ਇਹ ਸੈਂਟਰ ਦੀ ਉਮਰ ਆ, ਵਿਚਕਾਰਲੀ ਉਮਰ ਆ, ਇਹਦੇ ਵਿੱਚ ਪਤਾ ਹੁੰਦਾ ਕਿ ਅਸੀਂ ਕੀ ਧੱਕੇ ਖਾਧੇ ਆ, ਕੀ ਘੱਟ ਸੀ, ਕੀ ਵੱਧ ਸੀਗਾ। ਇਸ ਚੀਜ਼ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਜਿਹੜਾ ਸਾਰਾ ਪ੍ਰਬੰਧ ਕਰਨਾ। ਉਹਦੇ ਨਾਲ ਨਾਲ ਸਾਡਾ ਪ੍ਰੋਗਰਾਮ ਜਿਹੜਾ ਵਾ ਐਂਟਰਟੇਨਮੈਂਟ ਦੇ ਵਿੱਚ ਜਿਹੜਾ ਵਾ ਬੱਚਿਆਂ ਨੂੰ ਕੰਪਿਊਟਰ ਦੀ ਪ੍ਰੋਪਰ ਬੇਸਿਕ ਐਜੂਕੇਸ਼ਨ, ਹਾਰਡਵੇਅਰ, ਸੌਫਟਵੇਅਰ ਜਿਹੜਾ ਵਾ, ਜਾਂ ਉਹਦੇ ਵਿੱਚ ਹੋਰ ਪੇਂਟਿੰਗ ਜਾਂ ਹੋਰ ਬਹੁਤ ਸਾਰੇ ਸੌਫਟਵੇਅਰ ਹੈ ਜਿਹੜੇ ਸਾਨੂੰ ਸਿੱਖਣ ਵਿੱਚ ਜਿਹੜਾ ਵਾ ਬੱਚਿਆਂ ਨੂੰ ਆਨੰਦ ਪ੍ਰਾਪਤ ਹੋਊਗਾ। ਉਸ ਤੋਂ ਅਖੀਰ 'ਤੇ ਆ ਜਾਂਦਾ ਵਾ ਇਫੈਕਟ, ਕਿ ਜੋ ਵੀ ਅਸੀਂ ਇਹ ਕਰ ਰਹੇ ਹਾਂ ਇਹਦਾ ਪ੍ਰਭਾਵ ਸਾਡੇ ਸਮਾਜ 'ਤੇ ਕੀ ਪਊਗਾ। ਇਹ ਜਿਹੜੀ ਚੀਜ਼ ਆ ਇਹ ਆਪਾਂ ਵਧੀਆ ਤਰੀਕੇ ਦੇ ਨਾਲ ਬਣਾਉਣ ਵਾਸਤੇ ਅਸੀਂ ਮਤਲਬ ਬੱਚਿਆਂ ਨੂੰ ਇਹ ਇੱਕ ਮਾਰਗਦਰਸ਼ਕ ਦੇ ਤੌਰ 'ਤੇ ਜਿਹੜਾ ਵਾ ਪਿੰਡ ਨੂੰ ਪ੍ਰਭਾਵਸ਼ਾਲੀ ਬਣਾਵਾਂਗੇ। ਇੱਕ ਪਿੰਡ ਤੋਂ ਦੂਸਰੇ ਪਿੰਡ, ਦੂਸਰੇ ਤੋਂ ਤੀਸਰੇ, ਅਤੇ ਤੀਸਰੇ ਤੋਂ ਚੌਥੇ ਪੰਜਵੇਂ ਪਿੰਡ ਦੇ ਵਿੱਚ ਵੀ ਜਾਵਾਂਗੇ। ਇਫੈਕਟ ਇਹਦਾ ਕੀ ਪਊਗਾ ਕਿ ਜਦੋਂ ਬੱਚਾ ਪਹਿਲਾਂ ਬਾਹਰ ਖੇਡਦਾ ਹੈਗਾ ਅਤੇ ਪਹਿਲਾਂ ਮਾਂ ਨੂੰ ਫਿਕਰ ਹੁੰਦਾ ਸੀ ਵੀ ਬੱਚਾ ਮੇਰਾ ਪਤਾ ਨਹੀਂ ਕਿੱਥੇ ਗਿਆ, ਕਿਹਦੇ ਨਾਲ ਬੈਠਾ, ਕਿਹਦੇ ਨਾਲ ਉੱਠਿਆ। ਲੇਕਿਨ ਜਦੋਂ ਅਸੀਂ ਵਿਹਲੀਆਂ ਥਾਵਾਂ 'ਤੇ ਨੈੱਟ ਲਾ ਦਿਆਂਗੇ ਇਹਦੇ ਜਿਹੜੇ ਆ ਵਾਲੀਬਾਲ ਦੇ, ਚਿੜੀ ਛਿੱਕੇ ਦੇ, ਅਤੇ ਜਦੋਂ ਮਾਂ ਬਾਹਰ ਨਿਕਲੇਗੀ ਆ ਕੇ ਵੇਖੀ ਕਿ ਬੱਚਾ ਮੇਰਾ ਜਿਹੜਾ ਖੇਡ ਰਿਹਾ ਵਾ, ਅਤੇ ਉਹ ਜਾ ਕੇ ਆਰਾਮ ਨਾਲ ਆਪਣਾ ਕੰਮ ਕਾਰ ਘਰ ਦਾ ਕਰੇਗੀ ਬੇਫਿਕਰ ਹੋ ਕੇ। ਫਿਰ ਸਕੂਲੋਂ ਆ ਕੇ ਟੀਚਰ ਪ੍ਰੋਵਾਈਡ ਕੀਤੇ ਗਏ ਨੇ, ਜਿਨ੍ਹਾਂ ਬੱਚਿਆਂ ਦਾ ਪਹਿਲਾਂ ਜਿਨ੍ਹਾਂ ਨੂੰ ਐਜੂਕੇਸ਼ਨ ਵਾਸਤੇ ਮਹਿੰਗੇ ਟੀਚਰਾਂ ਦਾ ਪ੍ਰਬੰਧ ਪਿੰਡ ਵਿੱਚ ਨਹੀਂ ਹੋ ਸਕਦਾ ਸੀ, ਲੇਕਿਨ ਹੁਣ ਸਾਰੇ ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਉਹਦੇ 'ਚ ਫੌਜੀ ਵੀ ਆ, NRI ਵੀ ਆ, ਅਤੇ ਕਰਿੰਦੇ ਠੇਕੇਦਾਰ ਵੀ ਆ, ਅਤੇ ਰਿਟਾਇਰ ਵੀ ਆ। ਇਹਨਾਂ ਸਾਰੇ ਵੀਰਾਂ ਨੇ ਮਿਹਨਤ ਕਰਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਜਿਹੜਾ ਟੀਚਰਾਂ 'ਤੇ ਲਾਉਣਾ ਵਾ, ਟੀਚਰਾਂ ਨੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣਾ, ਅਤੇ ਉਹ ਵੀ ਮਾਂ-ਬਾਪ ਨੂੰ, ਇੱਕ ਸਮਾਜ ਨੂੰ ਸਹੂਲਤ ਮਿਲੇਗੀ ਕਿ ਚਲੋ ਸਾਡੇ ਬੱਚਿਆਂ ਨੂੰ ਸ਼ਾਮਾਂ ਨੂੰ ਟਿਊਸ਼ਨ ਵੀ ਮਿਲਦੀ ਆ ਫਰੀ, ਚੰਗੀ ਟਿਊਸ਼ਨ, ਅੰਗਰੇਜ਼ੀ, ਮੈਥ। ਅਤੇ ਇਸ ਪ੍ਰਬੰਧ ਨੂੰ ਜਦੋਂ ਆਪਾਂ ਸੁਪਨੇ ਦੇ ਤੌਰ 'ਤੇ ਵੇਖੀਏ ਤਾਂ ਬਹੁਤ ਵਧੀਆ, ਲੇਕਿਨ ਇਹਦੇ ਵਾਸਤੇ ਸਾਨੂੰ ਲੋਕਾਂ ਦੇ ਸਾਥ ਦੀ ਲੋੜ ਆ, ਮਿਹਨਤ ਦੀ ਲੋੜ ਆ, ਪੈਸੇ ਦੀ ਲੋੜ ਆ, ਉਹਦੇ ਨਾਲ ਨਾਲ ਏਕਤਾ ਦੀ ਲੋੜ ਆ, ਸਾਡੀ ਸਮਝ ਦੀ ਲੋੜ ਆ ਕਿ ਜਿਹੜਾ ਵਾ ਅਸੀਂ ਕੋਈ ਵੀ ਕੰਮ ਕਰਨਾ ਵਾ ਉਸ ਤੋਂ ਪਹਿਲਾਂ ਸੋਚਦੇ ਹਾਂ। ਜੇ ਮੰਨ ਲਓ ਸਕੂਟਰ ਮੋਟਰਸਾਈਕਲ ਲੈਣਾ, ਤਾਂ ਸੋਚਦੇ ਕਿਹੜਾ ਮੋਟਰਸਾਈਕਲ ਸਾਨੂੰ ਸਹੀ ਪਊਗਾ, ਐਵਰੇਜ ਚਾਹੀਦੀ ਆ ਜਾਂ ਸੋਲਿਡ ਚਾਹੀਦਾ ਮੋਟਰਸਾਈਕਲ। ਇਸੇ ਤਰ੍ਹਾਂ ਟਰੈਕਟਰ, ਕਾਰ, ਕੋਈ ਵੀ ਚੀਜ਼ ਲੈਂਦੇ ਹਾਂ ਤਾਂ ਅਸੀਂ ਲੋੜ ਅਨੁਸਾਰ ਲੈਂਦੇ ਹਾਂ। ਇਸੇ ਤਰ੍ਹਾਂ ਅੱਜ ਜ਼ਮਾਨੇ ਨੂੰ ਪੜ੍ਹਾਈ ਦੀ ਲੋੜ ਹੈਗੀ, ਅਤੇ ਉਸ ਪੜ੍ਹਾਈ ਨੂੰ ਵਧੀਆ ਬਣਾਉਣ ਵਾਸਤੇ, ਸਿਸਟਮ ਨੂੰ ਵਧੀਆ ਬਣਾਉਣ ਵਾਸਤੇ ਅਸੀਂ ਜਿਹੜਾ ਵਾ ਇਹ ਪ੍ਰਬੰਧ ਕੀਤਾ ਵਾ। ਸਾਨੂੰ ਸਾਰੇ ਪਿੰਡ ਦੇ, ਸਾਰੇ ਨਗਰ ਦੇ, ਅਤੇ ਸਾਰੇ ਦੇਸ਼ ਦੀ ਲੋੜ ਆ, ਸਾਰੇ ਪੰਜਾਬ ਦੀ ਲੋੜ ਆ, ਦੇਸ਼ ਭਾਰਤ ਦੀ ਲੋੜ ਆ। ਸਾਰੇ ਹੀ ਜਿਹੜੇ ਗਰੀਬ ਅਤੇ ਅਮੀਰ ਵਰਗ ਨੇ, ਜਿਹੜੇ ਸੇਵਾ ਕਰ ਸਕਦੇ ਨੇ ਉਹ ਸੇਵਾ ਵੀ ਕਰ ਸਕਦੇ ਨੇ, ਅਤੇ ਜਿਹੜੇ ਵੀਰ ਸਾਥ ਦੇ ਸਕਦੇ ਨੇ ਕੰਧੇ ਨਾਲ ਕੰਧਾ ਜੋੜ ਕੇ, ਮੋਢੇ ਨਾਲ ਮੋਢਾ ਜੋੜ ਕੇ, ਉਹ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦੇਣ, ਤਾਂ ਜੋ ਅਸੀਂ ਇਸ ਹੌਸਲੇ ਨੂੰ ਲੈ ਕੇ ਅੱਗੇ ਤੱਕ ਜਾ ਸਕੀਏ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।